ਬੀਤੇ ਦਿਨੀ ਜ਼ਿਲ੍ਹਾ ਮੋਗਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਗੁਰਦੀਪ ਸਿੰਘ ਜੀ ਦੀ ਰਹਿਨਮਾਈ ਹੇਠ ਮਨਾਏ ਗਏ। ਇਸ ਮੌਕੇ ਤੇ ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਦੀ ਸ਼ੁਰੂਆਤ ਕੀਰਤਨੀ ਜਥੇ ਵੱਲੋਂ ਰਸ ਪਿੰਨਾ ਕੀਰਤਨ ਕਰਕੇ ਕੀਤੀ ਗਈ। ਸਮਾਗਮ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਰਹੀਆਂ ਸਨ। ਇਸ ਮੌਕੇ ਤੇ ਪੰਥਕ ਪ੍ਰਸਿੱਧ ਕਵਿਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਕਵਿਤਾਵਾਂ ਰਾਹੀਂ ਨਿਹਾਲ ਕੀਤਾ ਗਿਆ। ਜੀ ਦਰਸ਼ਨ ਦਸਾਈ ਗੁਰੂਆਂ ਦਾ ਕੇਵਲ ਇੱਕ ਤੁਹਾਡਾ ਦੀਦਾਰ ਪਿਤਾ ਦੇਹ ਪ੍ਰਗਟ ਦਸਾਈ ਗੁਰੂਆਂ ਦੀ ਤੁਹਾਡਾ ਰੂਪ ਅਨੂਪ ਸੁਹਾਣਾ ਹੈ ਤੁਹਾਡਾ ਰੂਪ ਅਨੂਪ ਸੁਹਾਣਾ ਸ਼ੇਰ ਝੁੱਲਣ अत सुंदर सच्चा बाणा है अत सुंदर सच्चा बाणा है। इस मौके ते संगतां गुरुद्वारा शहीद बाबा तेगा सिंह जी दे दर्शन कर अपना जीवन सफला कर रही सन। राख पिता प्रभु मेरे राख पिता प्रभु मेरे निर्गुण सब गुण तेरे मोर निर्गुण सब गुण तेरे राख पिता प्रभु मेरे राख पिता प्रभु मेरे मोह निर्गुण सब गुण तेरे सब गुण तेरे राख पिता प्रभु मेरे राख पिता प्रभु मेरे। ਧਾਰਮਿਕ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਇਸ ਸਮਾਗਮ ਵਿੱਚ ਸਿੱਖ ਪੰਥ ਦੀਆਂ ਮਹਾਨ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਰਾਜਨੀਤਿਕ ਸ਼ਖਸੀਅਤਾਂ ਨੇ ਆਪਣੀ ਹਾਜ਼ਰੀ ਲਵਾਈ। ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਸੰਗਤਾਂ ਇਸ ਮੌਕੇ ਤੇ ਸ਼ਾਂਤਮਈ ਹੋ ਕੇ ਕੀਰਤਨ ਸਰਵਣ ਕਰ ਰਹੀਆਂ ਸਨ। ਸਮਾਗਮ ਵਿੱਚ ਪੁੱਜੇ ਵੱਖ-ਵੱਖ ਸੰਤਾਂ ਮਹਾਂਪੁਰਖਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗਿਆ। ਸਮਾਗਮ ਦੇ ਅੰਤ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਨੇ ਆਪਣੇ ਅਨਮੋਲ ਵਚਨਾਂ ਰਾਹੀਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਉਹਨਾਂ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਹੋਇਆ ਆਪ ਸਮੁੱਚੀ ਸੰਗਤ ਨੇ ਬਾਬਾ ਜੀ ਹੁਣਾਂ ਨਾਲ ਪਿਆਰ ਦੀ ਸਾਂਝ ਨੂੰ ਵਧਾਉਂਦੇ ਹੋਏ ਸਵੇਰ ਤੋਂ ਲੈ ਕੇ
ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਆਪਣੀਆਂ ਹਾਜ਼ਰੀਆਂ ਨੂੰ ਲਵਾ ਰਹੇ ਹੋ, ਕਿਉਂਕਿ ਇਸ ਪਵਿੱਤਰ ਅਸਥਾਨ ਤੇ 24 ਫਰਵਰੀ ਤੋਂ ਲੈ ਕੇ ਜੋ ਸ੍ਰੀ ਅਖੰਡ ਪਾਠਾਂ ਦੀ ਲੜੀ ਨਿਰੰਤਰ ਚੱਲ ਰਹੀ ਸੀ, ਉਹਨਾਂ ਪਰਿਵਾਰਾਂ ਵੱਲੋਂ ਜਿਹੜੇ ਪਰਿਵਾਰਾਂ ਨੇ ਕਿਤੇ ਇੱਥੇ ਕਿਸੇ ਸਮੇਂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਸੀ, ਸਤਿਗੁਰੂ ਤੇ ਸੁਖਨਾ ਸੁਖੀ ਸੀ, ਉਹਨਾਂ ਸਾਰੇ ਪਰਿਵਾਰਾਂ ਵੱਲੋਂ ਜੋ 24 ਤਰੀਕ ਤੋਂ ਲੈ ਕੇ ਅਖੰਡ ਪਾਠਾਂ ਦੀ ਲੜੀ ਨਿਰੰਤਰ ਚੱਲਦੀ ਰਹੀ, ਜੋ ਕੱਲ 9 ਤਰੀਕ ਦਿਨ ਸ਼ਨੀਵਾਰ ਵਾਲੇ ਦਿਨ ਭੋਗਾਂ ਦੀ ਸੰਪੂਰਨਤਾ ਦੇ ਸਮੇਂ ਵੀ ਕਾਫੀ ਸੰਗਤਾਂ ਹਾਜ਼ਰ ਸਨ, ਔਰ ਕਈ ਸਾਡੇ ਐਸੇ ਸੇਵਾਦਾਰ ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲੇ ਜੋ ਕਈ ਦਿਨਾਂ ਤੋਂ ਲੈ ਕੇ ਇੱਥੇ ਸੇਵਾ ਕਰਨ ਲਈ ਪਹੁੰਚੇ ਨੇ, ਔਰ ਨਾਲ ਹੀ ਸਵੇਰ ਤੋਂ ਲੈ ਕੇ ਕੀਰਤਨ ਦੁਆਰਾ ਅਰਦਾਸ ਕਰਕੇ ਇਸ ਦੀਵਾਨ ਦੀ ਸ਼ੁਰੂਆਤ ਹੋਈ। ਸੇਵਾ ਦਾ ਓਟ ਆਸਰਾ ਲਿਆ, ਔਰ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਆਪ ਜੀ ਨੂੰ ਕੀਰਤਨ ਦੁਆਰਾ, ਮਹਾਪੁਰਸ਼ਾਂ ਨੇ ਆਪਣੇ ਪ੍ਰਚਨਾਂ ਦੁਆਰਾ ਸਮੁੱਚੀ ਰੱਬ ਵਰਗੀ ਸੰਗਤ ਨੂੰ ਨਿਹਾਲ ਕੀਤਾ। ਤੁਸੀਂ ਸਵੇਰ ਤੋਂ ਲੈ ਕੇ ਇਸ ਦੀਵਾਨ ਦੀ ਹਾਜ਼ਰੀ ਪਾ ਰਹੇ ਹੋ, ਇਹ ਤੁਹਾਡਾ ਸਮਾਂ ਬੇਅਰਥ ਨਹੀਂ ਜਾਵੇਗਾ। ਸਵੇਰ ਤੋਂ ਲੈ ਕੇ ਤੁਹਾਡਾ ਇੱਕ ਇੱਕ ਪਲ, ਇੱਕ ਇੱਕ ਮਿੰਟ ਸਾਹਿਬਾਂ ਦੇ ਲੇਖੇ, ਜੋ ਤੁਹਾਡਾ 84 ਲੱਖ ਜਨਮਾਂ ਤੋਂ ਬਾਅਦ ਮਨੁੱਖੀ ਜਾਣਾ ਜੀਵ ਨੂੰ ਪ੍ਰਾਪਤ ਹੁੰਦਾ ਤੇ ਦਰਗਾਹ ਦੇ ਵਿੱਚ ਸਹਾਈ ਹੋਵੇਗਾ, ਜੋ ਅੱਜ ਦਾ ਸਮਾਂ ਤੁਹਾਡਾ ਇਹ ਲਿਖਿਆ ਜਾਣਾ ਹੈ। ਗੱਲ ਹੈ ਸ਼ਰਧਾ ਦੀ, ਗੱਲ ਹੈ ਭਾਵਨਾ ਦੀ, ਕਿਉਂਕਿ ਇਸ ਅਸਥਾਨ ਤੇ ਸੰਗਤਾਂ ਬਹੁਤ ਅਥਾਹ ਸ਼ਰਧਾ ਰੱਖਦੀਆਂ ਨੇ। ਇਸ ਅਸਥਾਨ ਤੇ ਇਕੱਲੇ ਸਿੱਖ ਧਰਮ ਦੇ ਨਹੀਂ, ਵੱਖ-ਵੱਖ ਧਰਮਾਂ ਦੀ ਸੰਗਤ ਆਉਂਦੀ ਹੈ ਤੇ ਸਭ ਸੰਗਤ ਨੂੰ ਜੀਓ ਆਇਆ ਆਖਿਆ ਜਾਂਦਾ ਹੈ। ਔਰ ਹਰ ਧਰਮ ਨੂੰ ਮੰਨਣ ਵਾਲੀ ਸੰਗਤ ਨੂੰ ਇੱਥੇ ਇਹ ਮਜਬੂਰ ਨਹੀਂ ਕੀਤਾ ਜਾਂਦਾ ਕਿ ਤੁਸੀਂ ਆਪਣਾ ਧਰਮ ਛੱਡ ਦਿਓ, ਸਾਡੇ ਧਰਮ ਦੇ ਵਿੱਚ ਪ੍ਰਵੇਸ਼ ਕਰ ਲਓ। ਸਾਥੋਂ ਪਹਿਲਾਂ ਮਹਾਪੁਰਸ਼ਾਂ ਨੇ, ਸੰਤ ਬਾਬਾ ਬੇਰ ਸਿੰਘ ਬੇਰ ਕਲਾਂ ਵਾਲਿਆਂ ਨੇ ਵੀ ਆਪ ਜੀ ਨੂੰ ਪ੍ਰਵਚਨਾਂ ਦੁਆਰਾ ਨਿਹਾਲ ਕੀਤਾ ਸੀ, ਖੰਡੇ ਬਾਟੇ ਦੇ ਅੰਮ੍ਰਿਤ ਦੀ ਗੱਲ ਕੀਤੀ ਸੀ। ਇਹ ਗੱਲ ਸ਼ਰਧਾ ਤੇ ਆ ਕੇ ਮੁੱਕਦੀ ਹੈ ਭਾਈ। ਪਹਿਲਾਂ ਮਨ ਦੇ ਵਿੱਚ ਸ਼ਰਧਾ ਬਣਾਉਣੀ ਜ਼ਰੂਰੀ ਹੈ। ਜੇ ਮਨ ਦੇ ਵਿੱਚ ਸ਼ਰਧਾ ਬਣ ਗਈ ਤਾਂ ਫਿਰ ਆਪਾਂ ਸਭ ਕੁਝ ਪ੍ਰਾਪਤ ਕਰ ਲਿਆ। ਸੱਜਣ ਭਰਾ ਦੇ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਵੀ ਲਿਆ ਕਿ ਜੇ ਉਸ ਨੂੰ ਨਿਭਾਇਆ ਹੀ ਨਾ ਤਾਂ ਫਿਰ ਛਕਣ ਦਾ ਕੀ ਫਾਇਦਾ, ਫਿਰ ਸਿਰ ਤੇ ਭਾਰ ਚੜਾਉਣ ਦਾ ਕੀ ਫਾਇਦਾ। ਪਹਿਲਾਂ ਆਪਣੇ ਮਨ ਦੇ ਵਿੱਚ ਸ਼ਰਧਾ ਪੈਦਾ ਕਰੋ, ਭਾਵਨਾ ਪੈਦਾ ਕਰੋ। ਜਦੋਂ ਲੋਹੇ ਦੀ ਕਿਰਾ, ਜਦੋਂ ਲੋਹੇ ਨੂੰ ਸੇਕ ਦਿੰਦੇ ਨੇ ਤੇ ਲੋਹਾ ਐਸਾ ਇੱਕ ਪੱਕ ਜਾਂਦਾ ਹੈ। ਪਹਿਲਾਂ ਲੋਹੇ ਦੀ ਕਿਰਾ ਆਪਣਾ ਮਨ ਬਣਾਵੋ,
ਦਾਸ ਵੀ ਬੇਨਤੀ ਕਰਿਆ ਕਰਦਾ ਹਰ ਪੂਰਨਮਾਸ਼ੀ ਤੇ, ਹਰ ਸਮਾਗਮ ਤੇ। ਹੁਣ ਵੀ ਆਉਣ ਵਾਲੀ ਪੂਰਨਮਾਸ਼ੀ ਤੇ ਠੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਵੇਗਾ ਪੰਜ ਪਿਆਰਿਆਂ ਵੱਲੋਂ। ਔਰ ਕਕਾਰ ਸਾਰੇ ਇਸ ਪਵਿੱਤਰ ਸਥਾਨ ਵੱਲੋਂ ਫ੍ਰੀ ਦਿੱਤੇ ਜਾਂਦੇ ਨੇ ਤੇ 20 ਕਿਲੋਮੀਟਰ ਤੋਂ ਦੂਰ ਆਉਣ ਵਾਲੀ ਸੰਗਤ ਨੂੰ ਕਿਰਾਇਆ ਵੀ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਗੁਰੂ ਵਾਲੇ ਬਣਨਾ, ਠੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਅਰਦਾਸ ਉਦੋਂ ਪੂਰਨਮਾਸ਼ੀ ਮੌਕੇ ਵੀ ਕਿਹਾ ਕਰਦਾ ਹੈ ਕਿ ਭਾਈ ਪਹਿਲਾਂ ਮਨ ਦੇ ਵਿੱਚ ਸ਼ਰਧਾ ਬਣਾਵੋ, ਕਿਉਂਕਿ ਜੇ ਆਪਣੇ ਮਨ ਦੇ ਵਿੱਚ ਸ਼ਰਧਾ ਹੋਵੇਗੀ ਤਾਂ ਫਿਰ ਪਰਮੇਸ਼ਵਰ ਨੂੰ ਪਾ ਸਕਦੇ ਹੋ। ਫਿਰ ਤੁਸੀਂ ਜੀਵਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਇੱਕ ਐਸੀ ਬਿਰਧ ਮਾਈ, ਇੱਕ ਗਰੀਬਣੀ, ਗਰੀਬ ਪਰਿਵਾਰ ਨਾਲ ਸੰਬੰਧਿਤ ਮਾਤਾ, ਉਸਦੇ ਮਨ ਦੇ ਵਿੱਚ ਸ਼ਰਧਾ ਬੜੀ ਸੀ, ਪਰ ਇੱਕ ਗਰੀਬ ਘਰਾਣੇ ਦੀ ਹੋਣ ਦੇ ਨਾਤੇ ਉਸਦੇ ਮਨ ਦੇ ਵਿੱਚ ਵਿਚਾਰਾਂ, ਸੋਚਾਂ ਸੋਚ ਰਹੀ ਹੈ। ਸੋਚਾਂ ਕੌਣ ਨਹੀਂ ਪੁਰਾਣੀ ਸੋਚਦਾ, ਹਰ ਇੱਕ ਜੀਵ ਆਪੋ ਆਪਣੀ ਮਤ ਅਨੁਸਾਰ ਸੋਚਾਂ ਸੋਚਦਾ ਰਹਿੰਦਾ ਹੈ। ਦਿਨ ਚੜ੍ਹਦਾ ਹੈ, ਸੋਚਾਂ ਸੋਚਦਾ ਰਹਿੰਦਾ ਹੈ ਕਿ ਮੈਂ ਆਹ ਕਰ ਲਵਾਂ, ਮੈਂ ਆਹ ਕਰਨਾ ਹੈ। ਪਰ ਮਾਤਾ ਵੀ ਉਹ ਆਪਣੇ ਮਨ ਦੇ ਵਿੱਚ ਸੋਚਾਂ ਸੋਚ ਰਹੀ ਹੈ। ਇਹ ਸੋਚਦੀ ਹੈ ਕਿ ਜੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਗੋਬਿੰਦ ਅੱਜ ਗੱਦੀ ਤੇ ਬਿਰਾਜਮਾਨ ਹੁੰਦੇ ਤਾਂ ਜਿਹੜੀ ਮੇਰੇ ਮਨ ਦੀ ਸ਼ਰਧਾ ਸੀ ਉਹ ਪੂਰੀ ਹੋ ਜਾਣੀ ਸੀ। ਪਰ ਪਤਾ ਨਹੀਂ ਹੁਣ ਸਤਵੇਂ ਪਾਤਸ਼ਾਹ ਮਹਾਰਾਜ ਜੀ ਹਰ ਆਏ ਦੇ ਪਾਸ ਜਾਵਾਂ ਤੇ ਪਤਾ ਨਹੀਂ ਉੱਥੋਂ ਦੇ ਸੇਵਾਦਾਰ ਮੈਨੂੰ ਮਹਾਰਾਜ ਜੀ ਦੇ ਪਾਸ ਜਾਣ ਦੇਣਗੇ ਜਾਂ ਨਾ। ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਸੇਵਾਦਾਰਾਂ ਵੱਲੋਂ ਅਤੁੱਟ ਵਰਤਾਏ ਗਏ। ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਪੰਜ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਖੇਦ ਕਰੇ ਖੇਦ ਕਰੇ ਅਰ ਬਹੁਤ ਸੰਤਾਵੇ। ਆਇਓ ਸ਼ਰਨ ਤੁਹਾਰੇ ਰਾਖ ਪਿਤਾ ਪ੍ਰਭ ਮੇਰੇ। ਰਾਖ ਪਿਤਾ ਪ੍ਰਭ ਮੇਰੇ। ਮੋਹਿ ਨਿਰਗੁਣ ਸਭ ਗੁਣ ਤੇਰੇ। ਮੋਹਿ ਨਿਰਗੁਣ ਸਭ ਗੁਣ ਤੇਰੇ।